Friends, I am Ranjana Goyal, HOD of Punjabi. Welcome to Mata Mohan Rai Oswal Public School YouTube channel. So today we will start a new story ਕਾਰਿਆ ਆਪਣੇ written by ਗੁਲਜ਼ਾਰ ਸਿੰਘ ਸੰਧੂ। ਹਾਂਜੀ ਬੇਟਾ, ਇਸ ਕਹਾਣੀ ਵਿੱਚ ਇਹ ਦੱਸਿਆ ਗਿਆ ਹੈ ਕਿ ਪੰਜਾਬੀਆਂ ਦੇ ਰੀਤੀ ਰਿਵਾਜ ਅਤੇ ਪੰਜਾਬ ਦਾ ਪੇਂਡੂ ਸੱਭਿਆਚਾਰਕ ਚਿੱਤਰਨ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਸ ਸਮੇਂ ਦੇ ਵਿਆਹ ਦੇ ਮਾਹੌਲ ਅਤੇ ਆਪਸੀ ਰਿਸ਼ਤਿਆਂ ਨੂੰ ਇਸ ਕਹਾਣੀ ਵਿੱਚ ਉਜਾਗਰ ਕੀਤਾ ਗਿਆ ਹੈ। ਵਿਆਹ ਨਾਲ ਸੰਬੰਧਿਤ ਰਸਮਾਂ, ਤਿਆਰੀਆਂ ਅਤੇ ਭੈਣ ਭਰਾ ਦੇ ਪਿਆਰ ਅਤੇ ਮਾਨ ਮਰਿਆਦਾ ਨੂੰ ਬੜੀ ਸ਼ਿੱਦਤ ਨਾਲ ਇਸ ਕਹਾਣੀ ਵਿੱਚ ਬਿਆਨ ਕੀਤਾ ਹੈ। ਹਾਂਜੀ ਬੇਟਾ, ਇਹ ਕਹਾਣੀ ਆਰੰਭ ਹੁੰਦੀ ਹੈ ਜੀਤੋ ਦੇ ਵਿਆਹ ਨਾਲ। ਜੀਤੋ ਇਸ ਕਹਾਣੀ ਦਾ ਮੁੱਖ ਪਾਤਰ ਹੈ। ਜੀਤੋ ਦੇ ਬਾਪੂ ਦਾ ਵਿਆਹ 40 ਕੁ ਸਾਲ ਪਹਿਲਾਂ ਹੋਇਆ ਸੀ, ਜਾਣੀ ਕਿ 40 ਸਾਲ ਪਹਿਲਾਂ ਉਹਨਾਂ ਦੇ ਘਰ ਵਿੱਚ ਵਿਆਹ ਹੋਇਆ ਸੀ ਅਤੇ 40 ਸਾਲ ਤੋਂ ਬਾਅਦ ਹੁਣ ਜੀਤੋ ਦਾ ਵਿਆਹ ਹੋਣ ਲੱਗਾ ਸੀ। ਇਸ ਤੋਂ ਬਾਅਦ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ। ਸਭ ਰਿਸ਼ਤੇਦਾਰ ਚਾਹੁੰਦੇ ਸਨ ਕਿ ਜੀਤੋ ਦੇ ਵੀਰ ਦਾ ਵਿਆਹ ਹੋਵੇ ਅਤੇ ਉਹ ਸਾਰੇ ਇਕੱਠੇ ਹੋਣ, ਪਰ ਉਹ ਵਿਆਹ ਵਾਸਤੇ ਮੰਨਦਾ ਹੀ ਨਹੀਂ ਸੀ। ਅਖੀਰ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਜੀਤੋ ਦਾ ਵਿਆਹ ਧਰ ਦਿੱਤਾ। ਜੀਤੋ ਆਪਣੇ ਵੀਰ ਤੋਂ 8-10 ਸਾਲ ਛੋਟੀ ਸੀ। ਉਹ ਅਜੇ 17ਵੇਂ ਸਾਲ ਵਿੱਚ ਹੀ ਸੀ। ਜੀਤੋ ਦਾ ਵਿਆਹ ਸਿਰ ਉੱਤੇ ਆ ਗਿਆ। ਵਿਆਹ ਸੰਬੰਧੀ ਘਰ ਤੋਂ ਬਾਹਰਲੇ ਸਾਰੇ ਕੰਮਾਂ ਦਾ ਪ੍ਰਬੰਧ ਕਰਨ ਲਈ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ ਸੀ, ਕਿਉਂਕਿ ਇਕੱਲਾ ਜੀਤੋ ਦਾ ਵੀਰ ਹੀ ਸੀ ਘਰ ਵਿੱਚ ਕੰਮ ਕਰਨ ਵਾਲਾ। ਵਿਆਹ ਵਿੱਚ ਕੇਵਲ ਇੱਕ ਦਿਨ ਹੀ ਰਹਿ ਗਿਆ ਸੀ ਅਤੇ ਅਜੇ ਤੱਕ ਆਨੰਦ ਕਾਰਜ 'ਤੇ ਆਉਣ ਵਾਲੇ ਰਾਗੀਆਂ, ਖਾਣੇ ਅਤੇ ਮੇਜ਼ ਕੁਰਸੀਆਂ, ਫਲ ਫਰੂਟ, ਕਰੋਕਰੀ ਅਤੇ ਬਰਾਤ ਦੇ ਬਿਸਤਰਿਆਂ ਦਾ ਕੰਮ ਹਜੇ ਸਿਰ 'ਤੇ ਹੀ ਸੀ। ਸ਼ਾਮ ਵੇਲੇ ਨਾਨਕੀ ਛੱਕ ਲੈ ਕੇ ਆ ਗਏ ਅਤੇ ਭੂਆ ਵੀ ਸਾਰੀਆਂ ਉੱਥੇ ਪਹੁੰਚ ਗਈਆਂ। ਜੀਤੋ ਆਪਣੀ ਸਹੇਲੀਆਂ, ਬਚਪਨ, ਤ੍ਰਿੰਜਣ ਅਤੇ ਝੂਟੀਆਂ ਪੀਂਘਾਂ ਬਾਰੇ ਸੋਚਦੀ ਹੋਈ ਉਦਾਸ ਹੋ ਗਈ, ਜਦ ਕਿ ਉਹਨੂੰ ਆਪਣੇ ਬਚਪਨ ਦੀ ਪੂਰੀ ਯਾਦ ਆ ਰਹੀ ਸੀ। ਦੂਜੇ ਦਿਨ ਜੀਤੋ ਨੂੰ ਸਵੇਰੇ 3 ਵਜੇ ਉਠਾਲ ਕੇ ਫੇਰਿਆਂ ਵਾਲਾ ਸੂਟ ਪਾ ਕੇ, ਲਾਲ ਪਰਾਂਦਾ ਉਸ ਦੀ ਗੁੱਤ ਵਿੱਚ ਗੁੰਦ ਕੇ ਅਤੇ ਸਹੁਰਿਆਂ ਅਤੇ ਨਾਨਕਿਆਂ ਵੱਲੋਂ ਆਏ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ ਗਿਆ। ਉਸ ਨੂੰ ਇਹ ਸੋਚ ਕੇ ਰੋਣਾ ਆ ਗਿਆ ਸੀ ਕਿ ਸਾਰੇ ਰਿਸ਼ਤੇਦਾਰ ਅਤੇ ਸਹੇਲੀਆਂ ਉਸ ਨੂੰ ਆਪਣੀ ਜਨਮ ਭੂਮੀ ਤੋਂ ਤੋਰਨ ਲਈ ਤਿਆਰੀਆਂ ਕਰ ਰਹੇ ਹਨ। ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਪ ਕਰਾ ਕੇ ਆਨੰਦ ਕਾਰਜ ਲਈ ਬਿਠਾ ਦਿੱਤਾ ਗਿਆ। ਹੁਣ ਉਸ ਨੂੰ ਵਿਆਹ ਕੇ ਲਿਜਾਉਣ ਵਾਲਾ ਲਾੜਾ ਉਸ ਦੇ ਨਾਲ ਬੈਠਾ ਸੀ। ਆਨੰਦ ਕਾਰਜ ਕਰਾਉਣ ਵਾਲਾ ਭਾਈ ਸਾਹਿਬ ਉਸ ਨੂੰ ਸਹੁਰੇ ਘਰ ਜਾ ਕੇ ਅਧੀਨਗੀ ਅਤੇ ਨਿਮਰਤਾ ਵਾਲਾ ਜੀਵਨ ਬਤੀਤ ਕਰਨ ਲਈ ਸਿੱਖਿਆ ਦੇ ਰਿਹਾ ਸੀ। ਅਧੀਨਗੀ ਦਾ ਮਤਲਬ ਇਹ ਹੈ ਕਿ ਬੇਟਾ ਆਪਣੇ ਸਾਰੇ ਵੱਡਿਆਂ ਦਾ ਕਹਿਣਾ ਮੰਨਣਾ। ਉਸ ਨੂੰ ਨਿਵਨ ਅੱਖਰ, ਖਵਨ ਗੁਣ ਵਾਲੀਆਂ ਤੁਕਾਂ ਇਤਨੇ ਵੈਰਾਗਮਈ ਢੰਗ ਨਾਲ ਕਹੀਆਂ ਕਿ ਉੱਥੇ ਬੈਠੀਆਂ ਸਭ ਕੁਆਰੀਆਂ ਕੁੜੀਆਂ ਉਦਾਸ ਹੋ ਗਈਆਂ। ਉਹ ਆਪਣੇ ਮਾਂ-ਬਾਪ ਦਾ ਘਰ ਛੱਡ ਕੇ ਜਾਣ ਬਾਰੇ ਕਲਪਨਾ ਕਰਨ ਲੱਗੀਆਂ। ਸੰਗਤ ਵਿੱਚ ਉਸ ਸਮੇਂ ਹੋਰ ਵੀ ਉਦਾਸੀ ਛਾ ਗਈ ਜਦੋਂ ਹਾਰਮੋਨੀਅਮ ਵਾਲੇ ਇੱਕ ਗਵੱਈਏ ਨੇ ਇੱਕ ਫਿਲਮੀ ਤਰਜ਼ ਉੱਤੇ ਕੁੜੀ ਦੇ ਸਹੁਰੇ ਘਰ ਦਾ ਚਿੱਤਰ ਬੜੇ ਦਰਦਮਈ ਸ਼ਬਦਾਂ ਨਾਲ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਉਹ ਸਹੁਰੇ ਘਰ ਬੈਠੀ ਮਾਪਿਆਂ ਅਤੇ ਵੀਰਾਂ ਨੂੰ ਮਿਲਣ ਲਈ ਤਾਂਗੇਗੀ, ਬਨੇਰੇ ਤੋਂ ਕਾਂ ਉਡਾਵੇਗੀ, ਪਰ ਉਹ ਨਹੀਂ ਆਉਣਗੇ। ਗਵੱਈਏ ਨੇ ਇਹਨਾਂ ਬੋਲਾਂ ਨੂੰ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਉਸ ਦੇ ਬੋਲਾਂ ਦਾ ਜੀਤੋ ਦੇ ਵੀਰ ਉੱਤੇ ਇੰਨਾ ਅਸਰ ਹੋਇਆ ਕਿ ਉਸ ਨੇ ਗਾਉਣ ਵਾਲੇ ਨੂੰ ਝਿੜਕਦੇ ਲਹਿਜੇ ਨਾਲ ਬੋਲ ਕੇ ਉਸ ਦਾ ਗਾਣਾ ਬੰਦ ਕਰਵਾ ਦਿੱਤਾ। ਇੱਥੇ ਭਰਾ ਦੇ ਪਿਆਰ ਨੂੰ ਪ੍ਰਗਟ ਕੀਤਾ ਗਿਆ ਹੈ। ਆਨੰਦ ਕਾਰਜ ਦੀ ਰਸਮ ਪੂਰੀ ਹੋ ਗਈ। ਸਭ ਅੱਖਾਂ ਪੂੰਝਦੇ ਭੋਗ ਦਾ ਪ੍ਰਸ਼ਾਦ ਲੈ ਕੇ ਦੁਪਹਿਰ ਦੀ ਰੋਟੀ ਦਾ ਪ੍ਰਬੰਧ ਵਿੱਚ ਲੱਗ ਗਏ। ਜੀਤੋ ਦੇ ਭਰਾ ਨੇ ਉਸ ਨੂੰ ਬੁੱਕਲ ਵਿੱਚ ਲੈ ਕੇ ਮਹਾਰਾਜ ਦੀ ਹਜ਼ੂਰੀ ਤੋਂ ਉਠਾਇਆ ਅਤੇ ਘਰ ਦੇ ਅੰਦਰਲੇ ਕਮਰੇ ਵਿੱਚ ਲੈ ਬਿਠਾਇਆ। ਜੀਤੋ ਨੇ ਰੋ ਰੋ ਕੇ ਆਪਣੀਆਂ ਅੱਖਾਂ ਸੁਜਾ ਲਈਆਂ ਸਨ। ਬਰਾਤੀਆਂ ਅਤੇ ਮੇਲੀਆਂ ਨੇ ਰੋਟੀਆਂ ਖਾ ਲਈਆਂ ਸਨ। ਫਟਾਫਟ ਖੱਟ ਵਿਛਾਈ ਗਈ ਅਤੇ ਬਰਾਤੀ ਤੇ ਪਿੰਡ ਵਾਲੇ ਖੱਟ ਦਾ ਸ਼ਲਾਘਾ ਕਰਦੇ ਚਲੇ ਗਏ, ਜਾਣੀ ਕਿ ਖੱਟ ਦਾ ਸ਼ਲਾਘਾ ਜਾਣੀ ਕਿ ਪ੍ਰਸ਼ੰਸਾ ਕਰਦੇ ਹੋਏ ਉੱਥੋਂ ਚਲੇ ਗਏ। ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਆਰੰਭ ਹੋ ਗਈ। ਭਾਈਚਾਰੇ ਅਤੇ ਅੰਗਾ ਸਾਕਾ ਨੇ ਲਾੜੇ ਨੂੰ ਸਲਾਮੀਆਂ ਦਿੱਤੀਆਂ। ਜੀਤੋ ਦੀ ਮਾਂ ਨੇ ਪ੍ਰਾਹੁਣੇ ਨੂੰ ਬੜੇ ਪਿਆਰ ਨਾਲ ਪਿਆਰ ਦਿੱਤਾ ਅਤੇ ਉਸ ਦੀ ਝੋਲੀ ਸਲਾਮੀ ਅਤੇ 11 ਰੁਪਏ ਪਾਏ। ਜੀਤੋ ਦੀਆਂ ਭੈਣਾਂ ਨਵੇਂ ਜੀਜੇ ਨੂੰ ਮਖੌਲ ਕਰਨ ਲੱਗੀਆਂ। ਇਸ ਤੋਂ ਬਾਅਦ ਜੰਝ ਤੁਰਨ ਵਿੱਚ ਦੇਰ ਹੋ ਗਈ ਸੀ। ਰਸਤਾ ਵੀ 30 ਮੀਲ ਲੰਬਾ ਅਤੇ ਖਰਾਬ ਸੀ। 5:30 ਵੱਜ ਚੁੱਕੇ ਸਨ। ਜੀਤੋ ਦੇ ਵੀਰ ਨੇ ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਕਿਆ ਤੇ ਲਿਜਾ ਕੇ ਕਾਰ ਵਿੱਚ ਬਿਠਾ ਦਿੱਤਾ। ਹੁਣ ਉਹ ਆਪਣੀ ਨਿੱਕੀ ਭੈਣ ਨੂੰ ਸਲਾਮੀ ਪਾਉਣ ਲਈ ਆਪਣਾ ਬਟੂਆ ਫੋਲਣ ਲੱਗਾ। ਜੀਤੋ ਤੇ ਉਸ ਦੀਆਂ ਸਹੇਲੀਆਂ ਦੇ ਰੋਣ ਨੂੰ ਦੇਖ ਕੇ ਉਸ ਦਾ ਮਨ ਭਾਰਾ ਜਿਹਾ ਹੋ ਗਿਆ।
ਫਿਰ ਉਸਨੂੰ ਚੇਤਾ ਆਇਆ ਕਿ ਕਿਸ ਤਰ੍ਹਾਂ ਉਹ ਆਪਣਾ ਵਿਆਹ ਤੋਂ ਡਰ ਜਾਂਦਾ ਸੀ। ਉਹ ਸੋਚਦਾ ਸੀ ਕਿ ਉਹ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਹੈ ਜਿਸ ਨੂੰ ਉਸਨੇ ਨੇੜਿਓਂ ਜਾਣਦਾ ਹੀ ਨਹੀਂ ਹੈ। ਕਿਸੇ ਅਣਜਾਣ ਬੰਦੇ ਨੂੰ ਆਪਣਾ ਬਣਾ ਸਕਣਾ ਕਿੰਨਾ ਔਖਾ ਹੁੰਦਾ ਹੈ। ਉਸ ਦੀ ਪਤਨੀ ਨੇ ਉਸ ਦੇ ਘਰ ਆ ਕੇ ਭਾਰਤੀ ਮਰਿਆਦਾ ਦੇ ਅਨੁਸਾਰ ਉਸ ਨੂੰ ਦਾਸੀ ਬਣਾ ਕੇ ਹੀ ਰੱਖਣਾ ਸੀ। ਹੁਣ ਉਹ ਉਸ ਨੂੰ 8-10 ਵਰ੍ਹੇ ਛੋਟੀ ਭੈਣ ਕਿਸੇ ਅਣਜਾਣ ਮੁੰਡੇ ਕੋਲ ਉਸ ਦੇ ਹੁਕਮ ਵਿੱਚ ਦਾਸੀ ਬਣ ਕੇ ਰਹਿਣ ਲਈ ਜਾ ਰਹੀ ਸੀ। ਉਸ ਨੂੰ ਭਾਈ ਅਤੇ ਗਵਈਏ ਦੁਆਰਾ ਉਸ ਦੀ ਸਹੁਰੇ ਘਰ ਵਿਚਲੀ ਸਥਿਤੀ ਸੰਬੰਧੀ ਕਹੇ ਸ਼ਬਦ ਵੀ ਯਾਦ ਆ ਗਏ। ਉਸ ਨੂੰ ਇਹ ਵੀ ਯਾਦ ਆਇਆ ਕਿ ਉਸ ਨੇ ਉਸ ਨੂੰ ਕਦੇ ਕਿਸੇ ਗੱਲ ਤੋਂ ਤੰਗ ਨਹੀਂ ਸੀ ਰੱਖਿਆ ਅਤੇ ਨਾ ਹੀ ਉਸ ਨੂੰ ਘਰਦਿਆਂ ਤੋਂ ਦੂਰ ਹੋਣ ਲਈ ਅਤੇ ਉਸ ਦੇ ਪਿਆਰ ਤੋਂ ਵਾਂਝਾ ਰੱਖਿਆ ਸੀ। ਹੁਣ ਉਹ ਜੀਤੋ ਉਸ ਤੋਂ ਦੂਰ ਜਾ ਰਹੀ ਸੀ, ਜਿੱਥੇ ਉਸ ਨੂੰ ਮਿਲਣ ਲਈ ਸ਼ਾਇਦ ਉਸ ਨੂੰ ਛੇਤੀ ਨਹੀਂ ਸੀ ਜਾ ਸਕਣਾ। ਇਹਨਾਂ ਵਿਚਾਰਾਂ ਨਾਲ ਜੀਤੋ ਦੇ ਵੀਰ ਦਾ ਮਨ ਉਦਾਸ ਹੋ ਗਿਆ। ਉਸ ਨੇ ਬਟੂਏ ਵਿੱਚੋਂ ਬਿਨਾਂ ਗਿਣੇ ਪੈਸੇ ਕੱਢੇ ਅਤੇ ਜੀਤੋ ਦੇ ਹੱਥ ਉੱਤੇ ਰੱਖ ਦਿੱਤੇ। ਚੁੱਪ ਕੀਤੇ ਜੀਤੋ ਫਿਰ ਫਿਸ ਪਈ ਅਤੇ ਉਸ ਨੇ ਹਥੇਲੀ ਉੱਤੇ ਰੁਪਏ ਕਾਰ ਦੇ ਬਾਹਰ ਸੁੱਟ ਦਿੱਤੇ ਅਤੇ ਆਪਣੇ ਵੀਰ ਨੂੰ ਜੱਫੀ ਪਾ ਲਈ। ਵੀਰ ਦਾ ਗਲਾ ਭਰ ਆਇਆ। ਉਸ ਨੇ ਡਰਾਈਵਰ ਨੂੰ ਕਾਰ ਸਟਾਰਟ ਕਰਨ ਦਾ ਇਸ਼ਾਰਾ ਕਰਦਿਆਂ ਆਪਣੇ ਛੋਟੇ ਭਰਾ ਨੂੰ ਜੀਤੋ ਕੋਲੋਂ ਉਠਾ ਲਿਆ ਅਤੇ ਆਪ ਵੀ ਉਸ ਨਾਲ ਬਹਿ ਗਿਆ। ਇਸ ਸਮੇਂ ਉਹ ਆਪਣੇ ਪਿਓ ਦੇ ਕਹਿਣ 'ਤੇ ਵੀ ਸਬਜ਼ੀ ਨਾਲ ਖਰਾਬ ਹੋਏ ਆਪਣੇ ਕੱਪੜੇ ਵੀ ਬਦਲਣ ਲਈ ਤਿਆਰ ਨਾ ਹੋਇਆ ਅਤੇ ਇਹਨਾਂ ਕੱਪੜਿਆਂ ਨਾਲ ਹੀ ਜੀਤੋ ਨਾਲ ਚਲਾ ਗਿਆ। ਇਸ ਤਰ੍ਹਾਂ ਇਸ ਕਹਾਣੀ ਵਿੱਚ ਭੈਣ ਅਤੇ ਭਰਾ ਦੇ ਪਿਆਰ ਨੂੰ ਬੜੀ ਹੀ ਸ਼ਿੱਦਤ ਨਾਲ ਬਿਆਨ ਕੀਤਾ ਹੈ। ਥੈਂਕ ਯੂ ਬੇਟਾ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ।